पंजाब विधान सभा 2022 ਦੀਆਂ ਚੋਣਾਂ ਲਈ ਨਵਜੋਤ ਸਿੱਧੂ ਨੇ ਕੀਤੇ 3 ਵੱਡੇ ਫੈਸਲੇ। ਕੁੜੀ ਨੂੰ ਤੰਗ ਕਰਦੇ ਸੀ ਗਵਾਂਢ 'ਚ ਰਹਿੰਦੇ ਮੁੰਡੇ, ਮਾਂ ਦੇ ਰੋਕਣ ਤੇ ਇੱਟਾਂ ਮਾਰ ਕੇ ਪਾੜਿਆ ਸਿਰ, ਘਟਨਾ ਹੋਈ ਸੀਸੀਟੀਵੀ 'ਚ ਕੈਦ। ਚਲਦੀ ਪ੍ਰੈਸ ਕਾਨਫਰੰਸ ਵਿੱਚ ਨਵਜੋਤ ਸਿੱਧੂ ਨੇ ਗਵਾਇਆ ਆਪਾ, ਸਵਾਲ ਦੇ ਜਵਾਬ 'ਚ ਕੱਢੀ ਗਾਲ। ਪੰਚਾਇਤ ਦੇ ਪਤੀਰੇ ਤੋਂ ਤੰਗ ਆ ਕੇ ਨੌਜਵਾਨ ਪੈਟਰੋਲ ਦੀ ਟੈਂਕੀ ਲੈ ਕੇ ਚੜਿਆ ਪਾਣੀ ਵਾਲੀ ਟੈਂਕੀ ਤੇ। हरसिमरत कौर का वड्डा बयान, कहा चन्नी और केजरीवाल के ऐलान सिर्फ खोखले वादे। इंदिरा गांधी ने देश लिए 32 गोलियां खाधियां, 1971 की वर्षगांठ ते ना तक नहीं राहुल गांधी। केजरीवाल ने चन्नी का मजाक उड़ाउंदियां कहा कि चन्नी साहब बाथरूम विच भी लोकां नूं मिलदे ने। पीएम मोदी ने किसानां नूं कीता संबोधन, जीरो बजट वाली खेती का दिता मंत्र। पंजाब विधान सभा 2022 ਦੀਆਂ ਚੋਣਾਂ ਲਈ ਨਵਜੋਤ ਸਿੱਧੂ ਨੇ ਕੀਤੇ 3 ਵੱਡੇ ਫੈਸਲੇ। पंजाब विधान सभा ਚੋਣਾਂ ਲਈ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਲੋਕ ਆਪਣੀ ਯੋਗਤਾ ਦੇ ਹਿਸਾਬ ਨਾਲ ਆਪਣੀ ਤਾਕਤ ਗਵਾ ਦੇਣਗੇ। ਮੈਰਿਟ ਨੂੰ ਧਿਆਨ 'ਚ ਰੱਖ ਕੇ ਟਿਕਟਾਂ ਦਿੱਤੀਆਂ ਜਾਣਗੀਆਂ, ਜੋ ਕਿ ਸਖਤ ਪ੍ਰਕਿਰਿਆ ਹੈ, ਜਿਸ 'ਚ ਕਈ ਪੈਮਾਨੇ ਹੋਣਗੇ, ਜਿਸ 'ਚ ਫੈਸਲੇ ਲਏ ਗਏ ਹਨ ਕਿ ਪੰਜਾਬੀਆਂ ਦੀ ਜ਼ਿੰਦਗੀ ਕਿਵੇਂ ਚੰਗੀ ਰਹੇਗੀ। ਇਹ ਤਾਂ ਧਿਆਨ ਵਿੱਚ ਰੱਖ ਕੇ ਹੀ ਤੈਅ ਹੋਵੇਗਾ। ਭਲਕੇ 2 ਸਕਰੀਨ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਰਹੀ ਹੈ ਅਤੇ ਅਜੇ ਮਕਾਨ ਆਉਣਗੇ, ਜਿਸ ਵਿੱਚ 30 ਤੋਂ 40 ਲੋਕਾਂ ਸਮੇਤ ਅਹਿਮ ਲੋਕ ਸ਼ਾਮਿਲ ਹੋਣਗੇ, ਜਿਨ੍ਹਾਂ ਨੂੰ ਉਹ ਮਿਲਣਗੇ। कांग्रेस की पंजाब की इलैक्शन कमेटी ने बड़े अहम फैसले लिते ने। 3 रेजोल्यूशन। पहला रेजोल्यूशन पंजाब के इलैक्शन के बारे, साडे भविख बारे असी एम्पावर करते हैं कांग्रेस प्रेजिडेंट श्रीमती सोनिया गांधी जी नूं। उन्हां दा फैसला सानू सारिआं नूं मान्य है। नंबर 2, अज बांग्लादेश लिबरेशन डे है। ਅਸੀਂ ਫਾਰਮਰ ਪ੍ਰਾਈਮ ਮਿਨਿਸਟਰ ਇੰਦਰਾ ਜੀ ਨੂੰ ਰਿਮੈਂਬਰ ਕਰਦੇ ਹਾਂ। ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਬੜਾ ਵੱਡਾ ਮਕਾਮ ਜਿਹੜਾ ਉਹਨਾਂ ਨੇ ਹਾਸਲ ਕੀਤਾ ਸੀਗਾ, ਉਹਦਾ ਰੈਜ਼ੋਲੂਸ਼ਨ ਵੀ ਪਾਸ ਹੋਇਆ। ਤੋਫਾੜ ਕਰਨ ਦਾ, ਜਨਰਲ ਨਿਆਜ਼ੀ ਵਾਲੀ ਜਿਹੜੀ ਜਿੱਤ, ਦੂਸਰਾ ਰੈਜ਼ੋਲੂਸ਼ਨ ਇਹ ਪਾਸ ਹੋਇਆ। ਤੀਸਰਾ ਰੈਜ਼ੋਲੂਸ਼ਨ ਅਸੀਂ प्रियंका गांधी जी का धन्यवाद करदा कि अज लखीमपुर खेरी जिहड़े दोषी सी उन्हां दे दोष साबित होए ने। सो कांग्रेस की अज इस अहम मीटिंग दे विच 3 वड्डे रेजोल्यूशन पास किए गए ने और जिहड़ा भी चिंतन होया, जिहड़ा भी मंथन होया, ਉਹਦੇ ਵਿੱਚ ਇੱਕ ਗੱਲ ਤੈਅ ਹੈ ਕਿ ਕਾਂਗਰਸ ਸੰਗਠਿਤ ਹੋ ਕੇ, ਇੱਕ ਹੋ ਕੇ, ਰੋਲ ਤੈਅ ਕਰਕੇ, ਰਿਸਪੌਂਸਿਬਿਲਿਟੀ ਦੇ ਕੇ, ਹਰੇਕ ਬੰਦੇ ਦੀ, ਹਰੇਕ ਵਰਕਰ ਦੀ ਇਨਵੋਲਵਮੈਂਟ ਕਰਕੇ ਇਹ ਇਲੈਕਸ਼ਨ ਲੜੇਗੀ। ਔਰ ਦਿਨ ਬ ਦਿਨ ਸਾਡਾ ਸੰਗਠਨ ਤਗੜਾ ਹੁੰਦਾ ਜਾ ਰਿਹਾ। कोई पहाड़ नूं उपरों चक्कण की कोशिश करे, ਇਹਦਾ मतलब वो सिर्फ उपरले बंदियां दी देख रहा, लेकिन थल्ले हथ पा के कोई पहाड़ नूं ऐ चके, ਇਹਦਾ मतलब वो बेस ते जा रहा और आम लोकां दी गल कर रहा। इस करके इस कमेटी दे विच अज ये पहाड़नुमा काज जिहड़ा है, इनू थल्लों हथ पाया, इनू बेस तो चुकिया, ना सिर्फ पहाड़ नूं उपरों चक्कण की कोशिश की है। और आम लोगों की गल हुई है, आम लोगों के वैलफेयर की गल हुई है, एक वैलफेयर स्टेट क्रिएट करने की गल हुई है। कोई भी निर्णय अगर साडी कोई कमेटी लेगी तो उसका असर गरीब ते 99% पंजाबियों ते, आम आदमी ते और पंजाबियों की जिंदगी किस तरीके दे नाल तब्दील हो जाए, उन्होंने मद्देनज़र रख के ही लिता जाएगा। इस करके ये सिलसिला शुरू हो गया। स्क्रीनिंग कमेटी दियां भी मीटिंगां कल नूं शुरू ने। माकन साहब, बाकी दे जिहड़े असीं 4 मैंबर हाँ, खास तौर पर कल माकन साहब अहम बंदियां नूं 30 40 50 बंदियां नूं
ਟਾਈਮ ਦੇ ਕੇ ਮਿਲ ਰਹੇ ਆ। ਇਹ ਜਿਹੜੀ ਇੱਕ ਦੂਸਰੇ ਨਾਲ ਗੱਲਬਾਤ ਹੈ, ਡਿਸਕਸ਼ਨ ਡਿਸਕੋਰਸ, ਉਹਦੇ 'ਚ ਡਿਸੈਂਟ ਤੇ ਹੋ ਸਕਦੀ ਹੈ, ਲੇਕਿਨ ਉਹ ਡਿਸੈਂਟ ਦੇ ਵਿੱਚੋਂ ਵੀ ਕੁਝ ਨਿਕਲਦਾ ਹੈ। ਕਾਂਗਰਸ ਇੱਕ ਸੈਕੂਲਰ ਪਾਰਟੀ ਹੈ, ਇਹਦੇ 'ਚ ਡਿਸਕਸ਼ਨ ਡਿਬੇਟ ਹਰ ਚੀਜ਼ ਪ੍ਰੋਪਰਲੀ ਸਹੀ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਨਿਭਾਈ ਜਾਂਦੀ ਹੈ, ਇੱਕ ਪ੍ਰੋਸੀਜਰ ਦੇ ਨਾਲ। ਇਸ ਕਰਕੇ ਉਹ ਪ੍ਰੋਸੀਜਰ ਅਸੀਂ ਫੋਲੋ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਮੋਰ ਐਂਡ ਮੋਰ ਪੀਪਲ ਵਿਲ ਬੀ ਗਿਵਨ ਰਿਸਪੌਂਸਿਬਿਲਿਟੀਜ਼। ਉੱਤਰਦਾਇਿਤਵ ਯੋਗਿਅਤਾ ਔਰ ਤਾਕਤ ਦੇ ਨਾਲ ਚੱਲਦਾ ਹੈ। ਜਿਹਦੀ ਯੋਗਿਅਤਾ ਹੋਊਗੀ ਉਹਨੂੰ ਤਾਕਤ ਦਿੱਤੀ ਜਾਏਗੀ, ਉਹਨੂੰ ਅੱਗੇ ਵਧਾਇਆ ਜਾਏਗਾ। ਦੀ ਬੇਨ ਆਫ ਆਰ ਸੋਸਾਇਟੀ ਇਜ਼ that merit is ignored। ਅਸੀਂ ਮੈਰਿਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਟਿਕਟਾਂ ਦੇਣ ਦਾ ਫੈਸਲਾ ਕੀਤਾ ਹੈ। ਉਹਦੇ 'ਚ ਇੱਕ ਪ੍ਰੋਪਰ ਪ੍ਰੋਸੀਜਰ ਹੈ, ਜਿਵੇਂ ਛਾਨਣੀ 'ਚੋਂ ਛਣ ਕੇ ਨਿਕਲਦਾ ਕੈਂਡੀਡੇਟ, ਉਸ ਤਰ੍ਹਾਂ ਨਿਕਲੂ। ਮੈਰਿਟ ਦੇ ਆਧਾਰ ਦੇ ਉੱਤੇ, ਵਿਨੇਬਿਲਿਟੀ ਦੇ ਆਧਾਰ ਦੇ ਉੱਤੇ, ਕੋਈ ਕ੍ਰਾਈਟੇਰੀਆ ਦੇ ਆਧਾਰ ਦੇ ਉੱਤੇ, ਕਿਸੇ ਬੇਸ ਦੇ ਆਧਾਰ ਦੇ ਉੱਤੇ। ਇਸ ਕਰਕੇ ਬੜਾ ਅੱਛਾ ਮੰਥਨ ਹੋਇਆ ਔਰ ਇਸ ਮੰਥਨ 'ਚੋਂ ਯਥਾਰਥ ਦੇ ਧਰਾਤਲ ਦੇ ਉੱਤੇ ਖੜੇ ਹੋ ਕੇ ਕੁਝ ਫੈਸਲੇ ਹੋਏ ਨੇ ਜਿਹੜੇ ਦੂਰਅੰਦੇਸ਼ੀ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇ ਵਿਲ ਬ੍ਰਿੰਗ ਪੋਜ਼ਿਟਿਵ ਰਿਜ਼ਲਟਸ। ਥੈਂਕ ਯੂ ਵੈਰੀ ਮਚ ਸਰ। ਕੁੜੀ ਨੂੰ ਤੰਗ ਕਰਦੇ ਸੀ ਗੁਆਂਢ 'ਚ ਰਹਿੰਦੇ ਮੁੰਡੇ, ਮਾਂ ਦੇ ਰੋਕਣ ਤੇ ਇੱਟਾਂ ਮਾਰ ਕੇ ਪਾੜਿਆ ਸਿਰ। ਘਟਨਾ ਹੋਈ ਸੀਸੀਟੀਵੀ 'ਚ ਕੈਦ। ਜਲੰਧਰ ਦੇ ਸੁੱਚੀ ਪਿੰਡ 'ਚ ਗੁੰਡਾਗਰਦੀ ਦਾ ਇੰਜਾਮ ਸਾਹਮਣੇ ਆਇਆ ਹੈ। ਇੱਥੇ ਕੁਝ ਲੋਕਾਂ ਨੇ ਇੱਕ ਲੜਕੀ ਦਾ ਰਾਸਤਾ ਰੋਕ ਕੇ ਉਸ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਜਦੋਂ ਲੜਕੀ ਦੀ ਮਾਂ ਵਿਰੋਧ ਕਰਨ ਆਈ ਤਾਂ ਗੁੰਡਿਆਂ ਨੇ ਉਸ ਦੇ ਸਿਰ ਤੇ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ। ਇੰਨਾ ਹੀ ਨਹੀਂ, ਗੁਆਂਢੀਆਂ ਨੇ ਮਿਲ ਕੇ ਰੀਟਾ ਸਿੰਘ ਤੇ ਉਸ ਦੇ ਪਰਿਵਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਗੁਆਂਢੀ ਪਰਿਵਾਰ ਨੇ ਰੀਟਾ ਸਿੰਘ ਦੇ ਘਰ ਤੇ ਪਥਰਾਅ ਵੀ ਕੀਤਾ। ਦਰਵਾਜ਼ੇ ਅਤੇ ਖਿੜਕੀਆਂ ਦੇ ਤਾਲੇ ਵੀ ਤੋੜ ਦਿੱਤੇ। ਰੀਟਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਰਾਸਤਾ ਰੋਕਿਆ ਗਿਆ ਸੀ। ਉਸ ਦੇ ਕੱਪੜੇ ਵੀ ਪਾੜੇ ਗਏ ਸਨ। ਜਦੋਂ ਉਹ ਬੇਟੀ ਨੂੰ ਬਚਾਉਣ ਲਈ ਪਹੁੰਚਿਆ ਤਾਂ ਸਣੀ ਤੇ ਮਣੀ ਨੇ ਉਸ ਦੇ ਸਿਰ ਤੇ ਪੱਥਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਰੀਟਾ ਸਿੰਘ ਸੜਕ ਤੇ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਇਹ ਸਾਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਰੀਟਾ ਸਿੰਘ ਨੇ ਦੱਸਿਆ ਹੈ ਕਿ ਉਸਨੇ ਥਾਣਾ ਸਦਰ ਵਿਖੇ ਸ਼ਿਕਾਇਤ ਕੀਤੀ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਟਾਂਕੇ ਲਗਾਏ ਗਏ ਹਨ, ਪਰ ਹੈਰਾਨੀ ਵਾਲੀ ਗੱਲ ਹੈ ਕਿ MLR ਰਿਪੋਰਟ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਰੀਟਾ ਨੇ ਦੱਸਿਆ ਹੈ ਕਿ ਉਸ ਦੇ ਗਵਾਂਢੀ ਲੜਕੇ ਸਨੀ ਅਤੇ ਮਨੀ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਲੜਕੀ ਦਾ ਰਾਹ ਰੋਕ ਰਹੇ ਹਨ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਚਲਦੀ ਪ੍ਰੈਸ ਕਾਨਫਰੰਸ ਵਿੱਚ ਨਵਜੋਤ ਸਿੱਧੂ ਨੇ ਗਵਾਇਆ ਆਪਾ, ਸਵਾਲ ਦੇ ਜਵਾਬ 'ਚ ਕੱਢੀ ਗਾਲ। हमारी तो अर्बन गारंटी है गुरु, किसी ने दी है आज तक? की करिए, इट्स अ डिफरेंट थिंग ऑल टुगेदर। हमारी तो अर्बन गारंटी है गुरु, किसी ने दी है आज तक? की करिए, इट्स अ डिफरेंट थिंग ऑल टुगेदर। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਚੰਡੀਗੜ੍ਹ ਵਿੱਚ ਮੀਡੀਆ ਦੇ ਰੂਬਰੂ ਹੋਏ ਹਨ। ਸਿੱਧੂ ਨੇ ਆਪਣੇ ਪੰਜਾਬ ਮਾਡਲ ਤੋਂ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਹੈ ਕਿ ਸ਼ਹਿਰੀ ਮਜ਼ਦੂਰਾਂ ਨੂੰ ਰੋਜ਼ਗਾਰ ਦੀ ਗਰੰਟੀ ਦਿੱਤੀ ਜਾਵੇਗੀ। ਮਨਰੇਗਾ ਵਾਂਗ ਸ਼ਹਿਰਾਂ ਵਿੱਚ ਵੀ ਰੋਜ਼ਗਾਰ ਲਈ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਹੁਨਰਮੰਦ ਅਤੇ ਗੈਰ ਹੁਨਰਮੰਦ ਮਜ਼ਦੂਰਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਆਪਣਾ ਆਪਾ ਗਵਾ ਦਿੱਤਾ ਅਤੇ ਅਪਸ਼ਬਦ ਬੋਲ ਪਏ। ਸਿੱਧੂ ਨੇ ਕਿਹਾ ਕਿ ਆਪਣੇ ਪੰਜਾਬ ਮਾਡਲ ਵਿੱਚ ਮਜ਼ਦੂਰਾਂ ਅਤੇ ਪੱਲੇਦਾਰਾਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇਗਾ। ਉਹਨਾਂ ਦੇ ਭੱਤੇ ਤੈਅ ਕੀਤੇ ਜਾਣਗੇ। ਕਈ ਕੰਪਨੀਆਂ ਕਾਮਿਆਂ ਤੋਂ ਵੱਧ ਕੰਮ ਲੈ ਰਹੀਆਂ ਹਨ। ਪੰਜਾਬ ਮਾਡਲ ਵਿੱਚ ਅਜਿਹਾ ਨਹੀਂ ਹੋਵੇਗਾ। ਕੰਮ ਦੇ ਘੰਟੇ ਨਿਸ਼ਚਿਤ ਕੀਤੇ ਜਾਣਗੇ। ਜੇਕਰ ਤੁਸੀਂ ਜ਼ਿਆਦਾ ਘੰਟੇ ਤੇ ਕੰਮ ਕਰਦੇ ਹੋ ਤਾਂ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ। ਗਿੱਦੜ ਬਹੇ ਇੱਕ ਪੱਲੇਦਾਰ ਇੱਕ ਕਟਾ ਚੁੱਕਣ ਦੇ 350 ਲੈਂਦੇ ਤੇ ਉੱਥੋਂ ਕਿੰਨੀ ਕੁ ਦੂਰ ਹੈ ਮੁਕਤਸਰ, ਉੱਥੇ ਉਹ 125 ਲੈਂਦੇ। So, is there any rationale in it? ਉਹ ਭਾਈ ਦਿਹਾੜੀ ਤੇ ਇੱਕ ਕਰ ਦਿਓ। ਜੇ ਉਹ ਕੰਮ ਇੱਕ ਕਰ ਰਿਹਾ ਹੈ, ਉਸੇ ਤਰ੍ਹਾਂ ਚੁੱਕ ਰਿਹਾ ਹੈ, ਉਸੇ ਤਰ੍ਹਾਂ ਲਿਜਾ ਰਿਹਾ ਹੈ, ਤੇ ਇੱਕ ਨੂੰ 125 ਮਿਲ ਰਿਹਾ ਤੇ ਦੂਜੇ ਨੂੰ 350 ਮਿਲ ਰਿਹਾ, ਕਿਉਂ? ਪੰਜਾਬ ਮਾਡਲ ਕਹਿੰਦਾ we will fix the price of the wage. ਫਿਰ ਆਉਂਦੀ ਹੈ ਰੈਗੂਲੇਸ਼ਨ ਆਫ ਵਰਕਿੰਗ ਆਵਰਸ। ਭਾਈ ਬਾਬੂ ਆਉਂਦੇ ਆ ਤੌਰ ਟੱਪੇ ਨਾਲ ਐਨਕੂਨਕ ਲਾ ਕੇ ਕਾਲੀ ਕਾਲਰ ਜੇ ਖੜੇ ਕਰਕੇ ਆਉਂਦੇ ਆ, ਘੰਟਾ ਲੇਟ ਆਉਂਦੇ ਆ ਤੇ ਘੰਟਾ ਪਹਿਲਾਂ ਚਲੇ ਜਾਂਦੇ। 4 ਛੁੱਟੀ ਹੋ ਗਿਆ, ਹਾਂਜੀ ਛੁੱਟੀ ਹੈ। ਤੇ ਦੱਸੋ ਭਾਈ, ਕਿਸੇ ਨੇ ਰੈਗੂਲੇਟ ਕੀਤੇ ਇਹਨਾਂ ਦੇ ਵਰਕ ਆਵਰਸ? ਕਿਸੇ ਲੀਡਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ? ਇਹ ਪੰਜਾਬ ਮਾਡਲ ਹੈ, ਕਿਉਂਕਿ ਇਹੀ ਸਰਬੱਤ ਦਾ ਭਲਾ। ਜੇ ਸਰਬੱਤ ਦਾ ਭਲਾ 70% ਪੰਜਾਬੀਆਂ ਨੂੰ ਨਹੀਂ ਚੱਕ ਸਕਦਾ ਤਾਂ ਫਿਰ ਕਿਹਨੂੰ ਚੱਕੂ? ਹਾਂਜੀ 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹਨਾਂ ਦਾ। ਮੈਂ ਦੇਖਿਆ 20 ਘੰਟੇ ਕੰਮ ਕਰਾਉਂਦੇ, ਪੈਸੇ ਦਿੰਦੇ 2 ਘੰਟਿਆਂ ਦੇ ਨਹੀਂ। ਕਈ ਤਾਂ ਦਿੰਦੇ ਹੀ ਨਹੀਂ, ਕਈਆਂ ਨੂੰ ਮਿਲਦਾ ਹੀ ਨਹੀਂ। ਸੋਸ਼ਲ ਸਿਕਿਉਰਿਟੀ ਆਫ ਲੇਬਰ ਜਨਾਬ, ਇਹ ਸਭ ਤੋਂ ਵੱਡਾ ਪੁਆਇੰਟ ਹੈ। ਮੈਂ ਬਿਮਾਰ ਹੋ ਗਿਆ ਜੀ, ਚਲੋ ਮੈਂ ਐਮਐਲਏ ਆ, ਤੁਸੀਂ ਬਿਮਾਰ ਹੋ ਗਏ ਜੀ, 4 ਦਿਨ ਤਨਖਾਹ ਤਾਂ ਨਹੀਂ ਕੱਟਦੀ? ਦੱਸੋ ਨਾ, ਕੱਟਦੀ ਹੈ? ਨਹੀਂ ਕੱਟਦੀ। ਇੱਕ ਦਿਨ ਮੈਂ ਬਿਮਾਰ ਹੋ ਗਿਆ, ਮੈਂ ਛੁੱਟੀ ਲੀਵ ਲੈਤੀ, ਉਨੀ ਛੁੱਟੀ ਲੀਵ ਨਹੀਂ ਕੱਟਦੀ। ਭਾਈ ਜਦੋਂ ਉਹ ਬਿਮਾਰ ਹੁੰਦਾ ਹੈ ਕੋਈ ਪੁੱਛਦਾ ਹੈ? ਤਾਂ ਮੈਨੂੰ ਤੁਸੀਂ ਦੱਸੋ ਕੌਣ ਪੁੱਛਦਾ ਹੈ? ਇੱਥੇ ਜਿਹੜੀ ਲੇਬਰ ਚੌਂਕ ਦੇ ਵਿੱਚ ਮੈਂ ਬੰਦਿਆਂ ਨੂੰ ਮਿਲਿਆ, ਕਹਿੰਦੇ ਸਿੱਧੂ ਸਾਹਿਬ 2 ਦਿਨਾਂ ਦੀ ਤਾਂ ਵੈਸੇ ਹੀ ਛੁੱਟੀ ਹੁੰਦੀ ਹੈ ਤੇ 6 ਦਿਨਾਂ ਦੇ ਵਿੱਚੋਂ ਅਸੀਂ ਦਿਹਾੜੀ ਸਾਨੂੰ 2 ਦਿਨਾਂ ਦੀ ਮਿਲਦੀ ਹੈ, 2 ਦਿਨ ਵਿਹਲੇ ਹੁੰਦੇ ਆ, 3 ਦਿਨ। So the urban employment guarantee mission is the unique USP of the Punjab model. जिथे गुरबत डबल है और गारंटी कोई है नहीं। अगला पॉइंट, 67% पॉपुलेशन साहब ਜਿਹੜੀ ਕਾਂਗਰਸ ਦੀ ਲਿਆਂਦੀ ਹੋਈ ਪੀਡੀਐਸ ਹੈ ਉਹਦੇ ਅੰਡਰ ਆਉਂਦੀ ਹੈ। ਮਤਲਬ ਤੁਸੀਂ 70 ਕਰੋੜ ਗਰੀਬਾਂ ਨੂੰ ਅਸੀਂ ਆਟਾ ਦਾਲ ਦਿੰਨੇ ਆ, ਨਹੀਂ ਜੀ 70 ਕਰੋੜ ਮਤਲਬ ਇੱਕ ਜੇ ਤੁਸੀਂ ਦੇਸ਼ ਦੀ ਗੱਲ ਕਰੋਗੇ ਤੇ 67% is 70 ਕਰੋੜਸ। ਜੀਵਾਂ ਦਾ ਮੈਨੂੰ ਪਤਾ, ਠੀਕ ਹੈ ਜੀ। ਉਹ 70 ਕਰੋੜ ਲੋਕਾਂ ਨੂੰ ਅਸੀਂ ਦਿੰਨੇ ਆ। ਹੁਣ ਮੈਨੂੰ ਤੁਸੀਂ ਦੱਸੋ ਕਿ ਮਜ਼ਦੂਰ ਦੇ ਨਾਲੋਂ ਕੌਣ ਵੱਧ ਡਿਜ਼ਰਵ ਕਰਦਾ?
ਦੱਸੋ ਨਾ ਕੌਣ ਇੱਕ ਪੱਲੇਦਾਰ ਮਜ਼ਦੂਰ ਜਾਂ ਇੱਕ ਨਾਰਮਲ ਜਿਹੜਾ 2 ਦਿਨ ਦਿਹਾੜੀ ਮਿਲਦੀ ਹੈ ਜਿਹਨੂੰ 300 ਰੁਪਏ 250 ਲੈਂਦਾ ਹੈ, ਇਨਫਲੇਸ਼ਨ ਦਾ ਉਹਨੂੰ ਕੁਝ ਨਹੀਂ ਮਿਲਦਾ, ਉਹਦੇ ਨਾਲੋਂ ਵੱਧ ਕੋਈ ਡਿਜ਼ਰਵ ਕਰਦਾ ਹੈ? ਤੇ ਇੱਕ ਸਰਵੇ ਕਰੋ, ਜਾਓ ਇੱਕ ਸਰਵੇ ਕਰੋ ਕਿ ਕਿੰਨਿਆਂ ਕੋਲ BPL ਕਾਰਡ, ਜਾ ਕੇ ਦੇਖੋ, ਕਿਤੇ ਪੁੱਛੋ। ਪੰਜਾਬ ਮਾਡਲ ਕਹਿੰਦਾ ਹਰੇਕ ਮਜ਼ਦੂਰ ਨੂੰ BPL ਕਾਰਡ ਦਿੱਤਾ ਜਾਏਗਾ, ਹਰੇਕ ਮਜ਼ਦੂਰ ਜਿਹੜਾ ਦਿਹਾੜੀ ਕਰ, he will get a BPL card. And please confirm what I'm saying. Go to Labour Chowk and ask how many have BPL cards. The Punjab model will honor merit, and that's the most important thing. ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ, ਸਰਕਾਰਾਂ ਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਔਰ ਲਿਸਟ ਦੇ ਵਿੱਚ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ। These are glimpses of the Punjab model and how we will change lives of the poorest of the poor. ये कोई खैरात नहीं है. It is very less than what they deserve. And therefore, ਮੈਨੂੰ ਤੁਹਾਨੂੰ ਸਪੈਸ਼ਲ ਰਿਕੁਐਸਟ ਕਰਨੀ ਪੈ ਰਹੀ ਹੈ ਕਿ ਇਹਨੂੰ ਸਭ ਤੋਂ ਵੱਡੀ ਅਹਿਮੀਅਤ ਦੇਣੀ ਚਾਹੀਦੀ। ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ, ਮੈਂ ਕਿਤੇ ਨਹੀਂ ਕਿਹਾ ਵੀ ਇਹਨੂੰ ਅਬੋਲਿਸ਼ ਕਰ ਦਿਓ, ਇਹਨੂੰ ਕੱਟ ਦਿਓ, ਇਹਨੂੰ ਮਾਰ ਦਿਓ, ਇਹਨੂੰ ਇਹ ਕਰ ਦਿਓ। ਕੋਈ ਮੇਰੀ ਗੱਲ ਡਿਸਟੋਰਟ ਨਹੀਂ ਹੋਣੀ, ਕਿਉਂਕਿ ਠਾ ਜਿੱਦਾਂ ਤੁਸੀਂ ਚਲਾ ਰਹੀ ਉਦਾਂ ਹੀ ਮੈਂ ਲਾਈਵ ਚਲਾ ਰਹੀ। ਸਮਝ ਲਓ ਮੇਰੀ ਗੱਲ। ਇਹ ਮੇਰੇ ਹਿਸਾਬ ਦੇ ਨਾਲ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਆਨਰ ਕਰਨ ਦਾ ਤਰੀਕਾ ਮੈਂ ਐਂਡ ਕਰ ਰਿਹਾ। ਜਿਹੜੇ ਸਾਡੇ ਫੋਰਫਾਦਰਸ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜੀ ਪਾਵਰ ਆਫ ਦਾ ਪੀਪਲ ਮਸਟ ਰਿਟਰਨ ਟੂ ਦਾ ਪੀਪਲ। ਤੇ ਫਿਰ ਅਸੀਂ ਕਿਹੜੀ ਪਾਵਰ ਇਸ ਗਰੀਬ ਨੂੰ ਪਹੁੰਚਾਈ ਹੈ? ਅਸੀਂ ਕਿਹੜੀ ਚੀਜ਼ ਸੁਨਿਸ਼ਚਿਤ ਕੀਤੀ ਹੈ ਉਹਨੂੰ ਜਿਹੜਾ ਉਹ ਕਹਿ ਸਕੇ ਯਾਰ ਆ ਮੇਰੇ ਕੋਲ ਆ ਗਾਰੰਟੀ ਹੈਗੀ ਮੈਂ ਰੋਟੀ ਖਾ ਲੂੰ। This is the minimum that a government can do, and this is my endeavor to start from the poorest of the poor. किसान और मजदूर दे अगर मसले हल होंदे है और इह खेत मजदूर भी आउंदा साहब ते मैनू लगदा है कि उस तो बाद पंजाब दे मसले 70% सॉल्व होंदे। मैं किसान की प्रोडक्टिविटी की गल की है कल, उत्थे भी कुछ गल्लां कीतियां ने, पर मैं उहनूं इहदे नाल मिक्स नहीं करना चाहता क्योंकि ये बहुत ही वड्डी चीज़ है। ये एडी वड्डी चीज़ है मेरे लिए, विद रैशनल, विद रीजन, विद अ लॉट ऑफ रिसर्च। ये मतलब जिहड़ी अर्बन एम्प्लॉयमेंट गारंटी मिशन है, वन ऑफ द बिगेस्ट पॉइंट्स इन द पंजाब मॉडल। जिथे गरीबी दुगनी है ਉੱਥੇ ਕੋਈ ਗਾਰੰਟੀ ਨਹੀਂ, ਤੇ ਜਿੱਥੇ ਗਰੀਬੀ ਅੱਧੀ ਹੈ ਉੱਥੇ ਗਾਰੰਟੀ ਵੀ ਹੈ, ਲੇਕਿਨ ਉਹ ਵੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਔਰ ਪੂਰੀ ਤਰ੍ਹਾਂ ਡਿਮਾਂਡ ਜਿਹੜੀ ਹੈਗੀ ਹੈ ਉਹ ਪੂਰੀ ਹੁੰਦੀ ਨਹੀਂ। ਦਿਸ ਇਜ਼ ਵਾਟ ਆਈ ਹੈਡ ਟੂ ਸੇ ਟੁਡੇ। ਮੈਂ ਜ਼ਿਆਦਾ ਇਹਦੇ ਤੇ ਇਲੈਬੋਰੇਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ। ਜਿਹੜਾ ਤੁਹਾਡਾ ਪੰਜਾਬ ਮਾਡਲ ਇੱਕ ਮਿੰਟ ਜਸਟ मैं ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਜੇ ਸਵਾਲ ਵੀ ਹੈ ਤੇ ਮੈਂ ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਦੂਜੀ ਦਾ ਇੱਕ ਮਿੰਟ ਯਾਰ, ਇੱਕ ਮਿੰਟ ਭਾਈ ਤੁਸੀਂ ਚੁੱਪ। ਮੈਂ ਇਹਦੇ ਤੇ ਹੀ ਸਵਾਲ ਲਊਂ, ਨੂੰ ਜਵਾਬ ਦੇਈ ਆ ਬਿਲਕੁਲ ਨਹੀਂ। ਮੈਂ ਜਵਾਬ ਦੇਈ, ਇੱਕ ਮਿੰਟ ਯਾਰ ਮੈਨੂੰ ਖਤਮ ਤਾਂ ਕਰ ਲੈਂਦੇ ਨਾ ਫਿਰ ਯਾਰ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਈ, ਲੋਕਾਂ 'ਚ ਜਾ ਕੇ ਗੱਲ ਰੱਖਦਾ। ਇੱਥੇ ਮੌਸਮ ਭਟਕਾਉਣ ਦਾ, ਇੱਥੇ ਮੌਸਮ ਇੱਕ ਦੂਜੇ ਤੇ ਲਾਂਛਨ ਲਾਉਣ ਦਾ, ਇੱਥੇ ਮੌਸਮ ਬੜਾ ਕੁਛ ਸਮਝੋ। ਇਸ ਕਰਕੇ ਮੈਂ ਉਸ ਬੜੇ ਕੁਛ ਨਹੀਂ ਜਾ ਰਿਹਾ। ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਭਲੇ ਦੀ ਗੱਲ, ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਗੱਲ ਕਰ ਰਿਹਾ। ਹੁਣ ਸਵਾਲ ਨੰਬਰ 1,
ਤੁਸੀਂ ਲਾਰਡ ਟੋਰੀਅਨ 'ਚ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਵੀ ਜਿਹੜੇ ਪੀਡੀਐਸ ਹੋਵੇ ਦੂਜੇ ਬੈਨੀਫਿਟ ਹੈ ਮਨਰੇਗਾ ਹੋਰ ਇਹ ਜਨਰਲ ਲੋਕਾਂ ਤੱਕ ਨਹੀਂ ਜਾ ਰਹੇ, ਇਹ ਰੋਂਗ ਰਿਚ ਲੋਕ ਵੀ ਇਹਦੇ ਬੈਨੀਫਿਟ ਲੈ ਰਹੇ। ਅੱਜ ਤੁਸੀਂ ਉਸੇ ਗੱਲ ਵਿੱਚ ਕਹੀ ਹੈ ਤੁਸੀਂ ਇਸ ਮਾਡਲ ਨੂੰ ਇੰਪਲੀਮੈਂਟ ਕਿਵੇਂ ਕਰੋਗੇ ਔਰ ਰਿਚ ਲੋਕਾਂ ਤੋਂ ਡਾਇਵਰਟ ਕਿੱਦਾਂ ਕਰੋਗੇ ਜਿਨ੍ਹਾਂ ਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ? ਦੇਖੋ ਭਾਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂ, ਮੈਂ ਇਹ ਕਿਤੇ ਵੀ ਨਹੀਂ ਕਿਹਾ ਜੀ ਕਿ ਇਹ ਉਹਨਾਂ ਕੋਲ ਜਾ ਰਹੇ ਆ ਇਹਨਾਂ ਕੋਲ ਜਾ ਰਹੇ ਆ, ਬਿਲਕੁਲ ਨਹੀਂ। ਮੈਂ ਇੰਨੀ ਗੱਲ ਕਹੀ ਹੈ ਕਿ ਮੈਰਿਟ ਸ਼ੁੱਡ ਬੀ ਆਨਰਡ, ਤੇ ਅਗਰ ਕੋਈ ਮਜ਼ਦੂਰ ਹੈ ਤੇ ਉਹਨੂੰ ਬੀਪੀਐਲ ਮਿਲਣਾ ਚਾਹੀਦਾ। ਇਹਦੇ 'ਚ ਕੋਈ ਗਲਤ ਨਹੀਂ ਹੈ, ਕੋਈ ਉਹ ਨਹੀਂ ਹੈ। ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ, ਆਪਾਂ ਉਹਦੇ 'ਚ ਨਾ ਜਾਈਏ। ਆਪਾਂ ਇਹ ਕਹੀਏ ਕਿ ਜਿਹੜਾ ਬੰਦਾ ਜੈਨੂਇਨ ਗਰੀਬ ਹੈ ਉਹਦੇ ਕੋਲ ਇਹ ਸਹੂਲੀਅਤ ਹੋਵੇ, ਔਰ ਪੰਜਾਬ ਮਾਡਲ ਇਹ ਕਹਿੰਦਾ ਕਿ ਉਹਦੇ ਕੋਲ ਇਹ ਸਹੂਲੀਅਤ ਹੋਏਗੀ ਇੰਪਲੀਮੈਂਟਡ ਟੂ ਦੀ ਕੋਰ। ਉਹ ਹੋਣੀ ਕਿਵੇਂ ਹੈ, ਉਹਦਾ ਸਾਧਨ ਕੀ ਹੈ? ਮੈਂ ਰਾਜਵੀ ਹੁਣ ਤੁਹਾਡਾ ਆਨਸਰ ਦੇ ਰਿਹਾ। ਉਹਦਾ ਸਾਧਨ ਰਜਿਸਟ੍ਰੇਸ਼ਨ ਹੈ। ਉਹ ਭਾਈ ਜਦੋਂ ਤੁਸੀਂ ਰਜਿਸਟ੍ਰੇਸ਼ਨ ਹੀ ਨਹੀਂ ਕਰੋਗੇ ਤੁਸੀਂ ਮੁਨਾਫਾ ਕਿਵੇਂ ਬਚਾਓਗੇ? ਕਿਸੇ ਕੋਲ ਭੇਜੋਗੇ ਕਿੱਦਾਂ? ਸਪੋਜ਼ ਕਰ ਪੰਜਾਬ ਸਰਕਾਰ ਨੇ ਸਬਸਿਡੀ ਦੇਣੀ ਹੈ ਕਿਸੇ ਮਜ਼ਦੂਰ ਨੂੰ, ਕੋਈ ਅਨਾਉਂਸਮੈਂਟ ਹੋਈ ਹੈ 50,000 5,000 3,000 2,000, ਜੇ ਜਦ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੀ ਤੁਸੀਂ ਕਿੱਦਾਂ ਬਚਾਓਗੇ? ਸੇਮ ਗੋਸ ਫॉर ਬੀਪੀਐਲ। ਲਾਇਆ ਕਰ ਸਰਵੇ ਕਦ ਹੋਇਆ ਸੀ? ਪਲੀਜ਼ see the record books of this nation and this great state. When did the last survey occur? ਕਿ ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਗਰੀਬ ਕੌਣ ਹੈ, ਫਿਰ ਤੁਸੀਂ ਫਲਾਣੇ ਗਰੀਬ ਨੂੰ ਆਪ ਪੈਸੇ ਦੇਤੇ, ਉਹ ਗਰੀਬ ਗਰੀਬੀ ਰੇਖਾ ਤੋਂ ਉੱਤੇ ਆਇਆ ਤੇ ਤੁਸੀਂ ਉਹਨੂੰ ਕੱਢਤਾ ਤੇ ਨਵਾਂ ਲਿਆਂਦਾ, ਇਹਦਾ ਕੋਈ ਰਿਕਾਰਡ ਹੋਵੇ? ਸਮਝੋ ਨਾ। So there is nothing of that sort. We will make a beginning and we will do a concerted effort, a proper planned, ਨੀਤੀਬੱਧ, policy based budgetary allocation। ਇਹਦੇ 'ਚ ਤੁਹਾਨੂੰ ਕੋਈ ਲੋੜ ਹੀ ਨਹੀਂ ਹੈ ਕਿਉਂਕਿ budgetary allocation ਬਾਹਰੋਂ ਆਣੀ ਹੈ। ਤੁਹਾਨੂੰ ਕੋਈ you just have to implement it, take it to the grassroots level and honor the merit। ਤੁਸੀਂ ਸੱਤਾ ਚ ਹੋ ਤਾਂ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰਵਾਉਂਦੇ? ਹਜ਼ੂਰੇ ਵਾਲਾ ਸੱਤਾ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਸੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸੈਂਟਰਲਾਈਜ਼ਡ ਪਾਵਰ ਜਿਹੜੀ ਹੁੰਦੀ ਹੈ ਉਹਨੂੰ ਪੰਚਾਇਤ ਦੇ ਵਤੀਰੇ ਤੋਂ ਤੰਗ ਆ ਕੇ ਨੌਜਵਾਨ ਪੈਟਰੋਲ ਦੀ ਟੈਂਕੀ ਲੈ ਕੇ ਚੜਿਆ ਪਾਣੀ ਵਾਲੀ ਟੈਂਕੀ ਤੇ। ਪੰਚਾਇਤ ਦੇ ਵਤੀਰੇ ਤੋਂ ਤੰਗ ਹੋ ਕੇ ਬਾਜ਼ੀਗਰ ਬਰਾਦਰੀ ਨਾਲ ਸੰਬੰਧਿਤ ਪਿੰਡ ਕੋਹਾਲੀ ਦਾ ਨੌਜਵਾਨ ਜਸਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਇਨਸਾਫ ਲੈਣ ਲਈ ਪੈਟਰੋਲ ਤੋਂ ਕੈਨੀ ਤੇ ਮਾਚਿਸ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ। ਰਾਤ ਪਰਿਵਾਰ ਨੂੰ ਸੁੱਤਿਆ ਛੱਡ ਕੇ ਉਹ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਸੀ। ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਸਵੇਰੇ ਕਰੀਬ 7 ਵਜੇ ਦੇ ਕਰੀਬ ਪਰਿਵਾਰ ਨੂੰ ਉਸੇ ਟੈਂਕੀ ਤੇ ਚੜਨ ਦਾ ਪਤਾ ਲੱਗਾ ਤਾਂ ਲੋਕ ਇਕੱਠੇ ਹੋ ਗਏ। ਮੌਕੇ ਤੇ ਪੁਲਿਸ ਥਾਣਾ ਲੋਪੋਕੋ ਦੇ SHO ਕਪਿਲ ਕੌਸ਼ਲ ਤੇ ਸਰਪੰਚ ਨੂੰ ਵੀ ਮੌਕੇ ਤੇ ਬੁਲਾਇਆ ਗਿਆ। SHO ਵੱਲੋਂ ਵਾਰ ਇਨਸਾਫ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਕਰੀਬ 12 ਵਜੇ ਤੱਕ ਨੌਜਵਾਨ ਨੂੰ ਹੇਠਾਂ ਉਤਾਰ ਲਿਆ ਗਿਆ। ਨੌਜਵਾਨ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਗੁਜ਼ਾਰਾ ਕਰਦਾ ਹੈ ਅਤੇ ਉਸਨੇ ਆਪਣੇ ਘਰ ਦੇ ਬਾਹਰ ਅੱਡੇ ਤੇ ਵੱਡਾ ਗੇਟ ਲਗਵਾਇਆ ਹੈ ਅਤੇ ਸਰਪੰਚ ਵੱਲੋਂ ਉਸ ਨੂੰ ਥਾਣੇ ਫੜਾ ਦਿੱਤਾ ਗਿਆ, ਜਿਸ ਕਰਕੇ ਉਹ ਬੇहद ਪਰੇਸ਼ਾਨ ਹੈ। SHO ਨੇ ਕਿਹਾ ਕਿ ਉਹਨਾਂ ਸਰਪੰਚ ਸਾਹਿਬ ਨਾਲ ਗੱਲ ਕਰ ਲਈ ਹੈ ਅਤੇ ਇਸ ਦਾ ਗੇਟ ਉਸ ਦੀ ਥਾਂ ਤੇ ਰਹੇਗਾ। ਸਰਪੰਚ ਲਖਬੀਰ ਸਿੰਘ ਨੇ ਕਿਹਾ ਹੈ ਕਿ ਸਾਰੀ ਬਾਜੀਗਰ ਬਰਾਦਰੀ ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨ ਤੇ ਰਹਿ ਰਹੀ ਹੈ, ਪਰ ਇਹਨਾਂ ਵੱਲੋਂ ਪੰਚਾਇਤ ਦੀਆਂ ਦੁਕਾਨਾਂ ਵਾਲੀ ਜਗ੍ਹਾ ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਜਿਸ ਕਰਕੇ BDOP ਦਫ਼ਤਰ ਚੋਗਾਵਾਂ ਵੱਲੋਂ ਉਕਤ ਨੌਜਵਾਨ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਕੱਲ ਪੁਲਿਸ ਦੇ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਪੰਚਾਇਤ ਵੱਲੋਂ ਸ਼ਾਮ ਨੂੰ ਛੁਡਵਾ ਲਿਆ ਗਿਆ ਸੀ। 150 ਸਾਲ ਤੋਂ ਰਹਿ ਰਹੇ ਹਾਂ। ਪਹਿਲੇ ਦਿਨ ਤੋਂ ਮੇਰਾ ਬੂਹਾ ਉੱਤੇ ਆ। ਮੈਂ ਆਟੋ ਚਲਾਉਂਦਾ, ਮੇਰਾ ਇੱਕ ਮੈਂ ਕਿਸ਼ਤਾਂ ਤੇ ਆਪਣੇ ਆਟੋ ਲਿਆ ਦਿਹਾੜੀ ਦੱਪਾ ਕਰਕੇ, ਤੇ ਉਹ ਮੈਂ ਆਟੋ ਕਦੀ ਕਿਸੇ ਦੇ ਘਰ ਲਾਉਂਦਾ ਸੀ, ਕਦੀ ਕਿਸੇ ਦੇ ਘਰ। ਉਹ ਇੱਕ ਦਿਨ ਲਾਉਣ ਦਿੰਦਾ ਸੀ, 2 ਦਿਨ ਲਾਉਣ ਦਿੰਦਾ ਸੀ। ਬਾਹਰ ਲਾਉਂਦਾ ਸੀ ਤੇ ਲੋਕੀ ਸ਼ੀਸ਼ਾ ਭੰਨ ਦਿੰਦੇ ਸੀ। 2 ਵਾਰੀ ਮੇਰਾ ਸ਼ੀਸ਼ਾ ਭੰਨਦਾ। ਮੈਂ ਆਪਣੇ ਘਰ ਲਾਉਣ ਲਈ ਉਹ ਬੂਹਾ ਉੱਥੇ ਬੂਹਾ ਲੱਗਾ, ਦੂਸਰੇ ਨੂੰ ਥੋੜਾ ਵੱਡਾ ਕੀਤਾ ਬੂਹੇ ਨੂੰ ਗੱਡੀ ਨਿਕਾਉਣ ਲਈ। ਇੰਨੇ 'ਚ ਸਰਪੰਚ ਨੇ ਪਹਿਲਾਂ ਮੇਰੀਆਂ 2 ਦਰਖਾਸਤਾਂ ਉੱਥੇ ਦਿੱਤੀਆਂ। ਉਹ ਚੈੱਕ ਕਰਕੇ ਗਿਆ ਆਣ ਕੇ ਸਰਕਾਰੀ ਬੰਦੇ ਉੱਥੋਂ। ਉਹ ਕਹਿੰਦੇ ਤੇਰੇ ਘਰ ਦਾ ਬੂਹਾ ਵਾ ਠੀਕ ਆ। ਮੁੜ ਕੇ ਜਾ ਕੇ ਉਹਨੇ ਥਾਣੇ ਦਰਖਾਸਤ ਦੇ ਦਿੱਤੀ। ਮੇਰੀ ਕੋਈ ਦੁਸ਼ਮਣੀ ਨਹੀਂ ਸਰਪੰਚ ਨਾਲ ਹੈਗੀ, ਵੀ ਮੇਰੇ ਨਾਲ ਕੋਈ ਵੈਰ ਵੱਟਾ ਸਰਪੰਚ ਦਾ। ਬਸ ਇਹ ਸਰਪੰਚ ਇਹੋ ਚਾਹੁੰਦਾ। ਮੈਂ ਕਹਿੰਦਾ ਵੀ ਮੈਨੂੰ ਲੰਘਣ ਲਈ ਬਸ ਜਗ੍ਹਾ ਦੇ ਦੇ ਥੋੜ੍ਹੀ ਜਿਹੀ। ਮੈਂ ਕੁਝ ਨਹੀਂ ਮੰਗਦਾ, ਜਿੰਨਾ ਕੁ ਮੇਰਾ ਬੂਹਾ ਹੈਗਾ ਨਿਗਾਹ ਜਾ ਉਨਾ ਕੁ ਦੇ ਦੇ ਮੈਨੂੰ, ਬਸ ਇਸ ਤੋਂ ਵੱਧ ਮੈਂ ਕੁਝ ਨਹੀਂ ਮੰਗਦਾ। ਮੇਰੇ ਨਿੱਕੇ ਨਿਆਣੇ ਆ, ਮੈਨੂੰ ਨਾ ਤੰਗ ਕਰੇ।
ਇਹ ਨੌਜਵਾਨ ਘੁਆਲੀ ਦਾ ਅੱਜ ਟੈਂਕੀ ਦੇ ਉੱਤੇ ਚੜਿਆ ਸੀ ਤੇ ਤੁਸੀਂ ਲੈ ਕੇ ਆਏ ਇਹਨੂੰ ਹੁਣ। ਇਹਦਾ ਮਸਲਾ ਜੀ ਵੀ ਇਹਨੇ ਸਰਪੰਚ ਸਾਹਿਬ ਨੇ ਕੱਲ੍ਹ ਇੱਕ ਦਰਖਾਸਤ ਦਿੱਤੀ ਸੀ ਵੀ ਉੱਥੇ ਨਜਾਇਜ਼ ਉਸਾਰੀ ਕਰ ਰਿਹਾ, ਆਪਣਾ ਗੇਟ ਵਧਾ ਚੜਾ ਕੇ ਲਾ ਰਿਹਾ। ਉਹਦੇ ਸੰਬੰਧ 'ਚ ਇਹਨਾਂ ਨੂੰ ਬੁਲਾਇਆ ਸੀ। ਮੁੜ ਕੇ ਸਰਪੰਚ ਸਾਹਿਬ ਨੇ ਕਿਹਾ ਕਿ ਇਹਨੂੰ ਲੈ ਗਏ ਸੀ ਨਾਲ ਆਪਣੇ ਵੀ ਕੋਈ ਗੱਲ ਨਹੀਂ। ਤੇ ਇਹ ਵਿਚਾਰਾ ਹਤਾਸ਼ ਸੀ ਵੀ ਸ਼ਾਇਦ ਮੇਰਾ ਗੇਟ ਇਸ ਪਾਸੇ ਨਾ ਨਿਕਲੇ, ਕਿਉਂਕਿ ਲਾਗੇ ਇੱਕ ਸਕੂਲ ਲੱਗਦਾ ਵਾ ਔਰ ਜਗ੍ਹਾ ਥੋੜੀ ਜਿਹੀ ਨੇ ਵਧਾ ਕੇ ਥੋੜੀ ਬਹੁਤੀ ਮਤਲਬ ਜਾਂ ਅੱਧਾ ਕੁ ਮਤਲਬ ਜਗ੍ਹਾ ਹੋਏਗੀ। ਇਹਨੇ ਸੜਕ ਵਾਲੇ ਪਾਸੇ ਨੂੰ ਉਹਦਾ ਬੂਹਾ ਕੱਢ ਲਿਆ, ਜਦ ਕਿ ਇਹਨੂੰ ਆਪਣੀ ਜਗ੍ਹਾ ਤੇ ਕੱਢਣਾ ਚਾਹੀਦਾ ਸੀ। ਇਸੇ ਗੱਲ ਤੋਂ ਅਟੈਚ ਹੋ ਕੇ ਦਾ ਕੋਈ ਗਰੀਬ ਬੰਦਾ ਵਾ ਕੋਈ 40-50 ਹਜ਼ਾਰ ਰੁਪਈਆ ਨੇ ਉਸ ਜਗ੍ਹਾ ਤੇ ਲਾ ਬੈਠਾ ਸੀ। ਇਹਨੂੰ ਇਹ ਟੈਨਸ਼ਨ ਹੋ ਗਈ ਵੀ ਜੇ ਮੇਰਾ ਇੱਥੋਂ ਢੱਟਦਾ ਮੇਰਾ ਕਾਫੀ ਨੁਕਸਾਨ ਹੁੰਦਾ। ਆਟੋ ਇਹ ਚਲਾਉਂਦਾ ਵਾ, ਆਟੋ ਵੀ ਕਿਸ਼ਤਾਂ ਤੇ ਲਿਆ। ਗੁੱਸੇ 'ਚ ਆ ਕੇ ਤੇਲ ਵਾਲੀ ਟੈਂਕੀ ਲੈ ਕੇ ਪੈਟਰੋਲ ਲੈ ਕੇ ਤੇ ਮੁੜ ਕੇ ਇਹ ਟੈਂਕੀ ਤੇ ਚੜ੍ਹ ਗਿਆ। ਜਿਹਨੂੰ ਮੈਂ ਇੱਥੇ ਆ ਕੇ ਬਹੁਤ ਵਾਰ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਇਹਦੇ ਬੇਟੇ ਨੂੰ ਬੁਲਾਇਆ, ਉਹਦੇ ਕੋਲ ਵੀ ਇਹਨੂੰ ਵਾਜਾ ਦਵਾਈਆਂ। ਫਿਰ ਇਹਦੇ ਨਾਲ ਮੈਂ ਫੋਨ ਤੇ ਗੱਲ ਕੀਤੀ ਤੇ ਮੇਰੀ ਗੱਲ ਤੇ ਇਹਨੂੰ ਮੈਂ ਆਸ਼ਵਾਸਨ ਦਵਾਇਆ ਵੀ ਜਿੱਥੇ ਤੇਰਾ ਗੇਟ ਲੱਗ ਗਿਆ ਕੋਈ ਗੱਲ ਨਹੀਂ, ਕੋਈ ਨਹੀਂ ਢਾਏਗਾ। ਸਰਪੰਚ ਸਾਹਿਬ ਨੂੰ ਵੀ ਮੈਂ ਮੌਕੇ 'ਤੇ ਸੱਦ ਲਿਆ ਵਾ। ਇਹਦਾ ਗੇਟ ਜਿੱਥੇ ਲੱਗਿਆ ਇਹਦਾ ਉੱਥੇ ਰਹਿਣ ਦਿਆਂਗੇ। ਬਸ ਇਸ ਕਰਕੇ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਵੀ ਪਤਾ ਨਹੀਂ ਮੇਰਾ ਕਿੰਨਾ ਕੁ ਨੁਕਸਾਨ ਹੋਣਾ ਤੇ ਗਾਂ ਮੈਂ ਕੀ ਕਰਾਂਗਾ। ਕੋਈ ਗੱਲ ਨਹੀਂ, ਇਹਨੂੰ ਆਸ਼ਵਾਸਨ ਦਿੱਤਾ ਇਹਦਾ ਗੇਟ ਉੱਥੇ ਲੱਗੇਗਾ। ਹੁਣ ਮੈਂ ਇਹਦੇ ਘਰ ਜਾਵਾਂਗਾ, ਨਾਲੇ ਚਾਹ ਪਾਣੀ ਪੀਵਾਂਗਾ, ਨਾਲੇ ਇੱਥੇ ਜਿਹੜਾ ਗੇਟ ਲੱਗਾ ਉੱਥੇ ਮੈਂ ਜਾ ਕੇ ਕੰਮ ਸ਼ੁਰੂ ਕਰਵਾ ਦੇਣਾ। ਸਰਪੰਚ ਸਾਹਿਬ ਨੂੰ ਮੈਂ ਰਿਕੁਐਸਟ ਕਰ ਲਈ ਹੈ, ਚਲੋ ਕੋਈ ਗੱਲ ਨਹੀਂ, ਜੇ ਮਾੜੀ ਮੋਟੀ ਜਗ੍ਹਾ ਹੈਗੀ ਆ ਤੇ ਬੰਦੇ ਦੀ ਜ਼ਿੰਦਗੀ ਨਾਲੋਂ ਵੱਧ ਕੇ ਜਗ੍ਹਾ ਨਹੀਂ। ਔਰ ਸਰਪੰਚੀ ਦੇ ਵਿੱਚ ਵੀ ਇਹ ਦੱਸਣ ਡਿਆ ਵੀ ਮੈਂ ਸਰਪੰਚ ਸਾਹਿਬ ਦੀ ਮਦਦ ਕੀਤੀ, ਹਾਰ ਪਾਏ ਪੈਸੇ ਦੇ ਹਾਰ ਪਾਏ ਇਹਦੇ ਕੋਲ ਪੁੱਛ ਲਓ, ਗੱਲ 'ਚ ਇਹਦੇ ਕੋਲ ਪੁੱਛ। ਸੱਚ ਮੈਂ ਤੇ ਇਹ ਬੇਨਤੀ, ਮੇਰਾ ਇੱਕੋ ਹੀ ਬੇਟਾ ਆ ਤੇ ਮੈਂ ਹੋਰ ਕੁਝ ਨਹੀਂ ਮੰਗਦੀ। ਮੈਂ ਸਰਪੰਚ ਨਾਲ ਸਹਿਮਤ ਹਾਂ। ਸਾਨੂੰ ਨਾ ਤੰਗ ਕਰਨ, ਨਾ ਮੈਂਬਰ ਕਰੇ, ਨਾ ਸਰਪੰਚ ਕਰੇ, ਨਾ ਸਾਨੂੰ ਪਿੰਡ ਦੇ ਕਰਨ। ਇਹ ਬੂਹਾ ਲਾਇਆ ਮਾੜਾ ਚੰਗਾ, ਗੱਡੀ ਮੇਰੀ ਕਿਸੇ ਦੇ ਘਰ ਲੱਗਦੀ ਆ ਤੇ ਮੈਂ ਗੱਡੀ ਕਰਕੇ ਮਾੜਾ ਜਿਹਾ ਕੀਤਾ। ਮੈਂ ਦੁਕਾਨ ਕੋਈ ਨਹੀਂ ਪਾਈ, ਬਿਨਾਂ ਚੈੱਕ ਆਣ ਕੇ ਵੇਖੋ ਮੌਕਾ ਆਪਣਾ। ਇਹ ਜਿਹੜਾ ਮੁੰਡਾ ਜਿਹੜਾ ਕਦ ਲਈ ਚੜ ਗਿਆ ਇਹਦੇ ਇਹ ਹੁੰਦਾ ਵੀ ਮੈਂ ਬੂਹਾ ਢਾਇਆ, ਜਿਹੜਾ ਮੇਰਾ ਬੂਹਾ ਨਹੀਂ ਲੱਥਣਾ ਚਾਹੀਦਾ। ਉਹਦੇ ਬੱਦਰ ਲੱਗਣਾ ਚਾਹੀਦਾ। ਬੂਹਾ ਮੇਰਾ ਬੜੇ ਚਿਰ ਦਾ ਲੱਗਾ ਪਤਾ, ਕਰਜ਼ਾ ਸਾਰੇ ਅੱਡੇ ਨੂੰ ਪੁੱਛ ਲਓ। ਪੈਸੇ ਚੁੱਕ ਕੇ ਅਸੀਂ ਬੂਹਾ ਪਾਇਆ। ਹੁਣ ਇਹ ਮੁੰਡੇ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਤੁਸੀਂ? ਮੁੰਡੇ ਨੂੰ ਤਾਰਨ ਦੀ ਕਿਹਾ ਉਹ ਤਾਰਨ ਗਏ 10-12 ਜਣੇ ਤਾਰਨ ਗਏ ਪੁੱਤ। ਮੇਰੀ ਜਠਾਣੀ ਦੀਆਂ ਨੂੰਹਾਂ, ਮੇਰੇ ਜੇਠ ਦੇ ਮੁੰਡੇ ਤਾਰਨ ਗਏ ਆ। ਮੇਰਾ ਜੇਠ ਗਿਆ, ਨਹੀਂ ਉਤਰਿਆ। ਇਹ ਤੇ ਰਾਤ ਦਾ ਪਿਓ ਵਿਚਾਰੇ ਨੂੰ 4 ਅਟੈਕ ਹੋਏ ਆ, ਇਹਨੂੰ ਤਾਂ ਦੱਸਿਆ ਨਹੀਂ ਆ ਬਾਟੀ ਨੂੰ। ਹਰਸਿਮਰਤ ਕੌਰ ਦਾ ਵੱਡਾ ਬਿਆਨ, ਕਿਹਾ ਚੰਨੀ ਅਤੇ ਕੇਜਰੀਵਾਲ ਦੇ ਐਲਾਨ ਸਿਰਫ ਖੋਖਲੇ ਵਾਅਦੇ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੋਗਾ ਰੈਲੀ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ 100 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਨਾਲ ਅੱਜ ਵੀ ਲੋਕ ਕਿੰਨਾ ਜ਼ਿਆਦਾ ਜੁੜੇ ਹੋਏ ਹਨ। ਪੰਜਾਬ ਦੀਆਂ ਬਾਕੀ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਲੱਗੀਆਂ ਹੋਈਆਂ ਹਨ, ਪਰ ਪੰਜਾਬੀਆਂ ਦੀ ਅਥਾਹ ਪਿਆਰ ਅਤੇ ਸਮਰਥਨ ਨੇ ਇਸ ਨੂੰ ਗਲਤ ਸਾਬਿਤ ਕਰਕੇ ਦਿਖਾਇਆ ਹੈ। ਪੂਰਾ ਜੋਸ਼ ਅਕਾਲੀ ਦਲ ਤੁਸੀਂ ਦੇਖ ਹੀ ਦਿੱਤਾ। ਆਪਣੀ ਜਿਹੜੀ 100 ਸਾਲਾਂ ਦੀ ਰੈਲੀ ਹੋਈ ਸੀ, 50 ਕਿਲੋਮੀਟਰ ਸੜਕ ਦੋਨੋਂ ਪਾਸੇ ਪੂਰਾ ਜੈਮ ਸੀਗਾ। 100 ਏਕੜ ਦੀ ਜ਼ਮੀਨ ਲਿੱਤੀ ਸੀ, ਉਹਦੇ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਸੀਗੀ ਤੇ ਲੋਕੀ ਰਾਤ ਤੇ ਪਹੁੰਚੇ। ਅਗਲੇ ਦਿਨ 4 ਵਜੇ ਤੱਕ ਜਿਸ ਸ਼ਾਂਤੀ ਦੇ ਨਾਲ ਬੈਠੇ ਰਹੇ, ਇਹ ਇੱਕ ਸੰਕੇਤ ਹੈਗਾ ਕਿ ਲੋਕਾਂ ਦੇ ਵਿੱਚ ਅੱਜ ਦੀ ਹਕੂਮਤ ਦੇ ਖਿਲਾਫ ਕਿੰਨਾ ਗੁੱਸਾ ਹੈਗਾ। ਤੇ ਦੂਜੇ ਪਾਸੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਮਨ ਬਣਾ ਲਿਆ ਇਸ ਲੜਾਈ ਨੂੰ ਲੜਨ ਵਾਸਤੇ, ਉਹ ਇਸ ਠਾਠਾ ਮਾਰ ਕੇ ਕੱਟ ਤੋਂ ਸਿੱਧਾ ਸੰਕੇਤ। ਦੇਖੋ ਉਹਨਾਂ ਦਾ ਨਾਂ ਤੇ ਹੁਣ ਜਨਤਾ ਨੇ ਬਦਲ ਕੇ ਐਲਾਨਜੀਤ ਸਿੰਘ ਚਵੰਨੀ ਰੱਖਤਾ ਹੈਗਾ, ਕਿਉਂਕਿ ਜਿੰਨੇ ਕਰੋੜਾਂ ਦਾ ਰੋਜ਼ ਅਖਬਾਰਾਂ 'ਚ ਵੱਡੇ ਵੱਡੇ ਫੁੱਲ ਪੇਜ ਦੇ ਇਸ਼ਤਿਹਾਰ ਨਿਕਲ ਰਹੇ ਨੇ। ਪੰਜਾਬ ਦੇ ਕੋਨੇ-ਕੋਨੇ 'ਚ ਹਰ ਸ਼ਹਿਰ 'ਚ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਤੇ ਸੋਸ਼ਲ ਮੀਡੀਆ ਦੇਖ ਲਓ ਜਾਂ ਬੋਰਡ ਦੇਖ ਲਓ, ਸ਼ਹਿਰਾਂ ਵਿੱਚ ਦੇਖ ਲਓ, ਪਿੰਡਾਂ ਵਿੱਚ ਦੇਖ ਲਓ, ਜਿਸ ਤਰ੍ਹਾਂ ਦੇ ਲੋਕਾਂ ਦੇ ਪੈਸੇ ਦੇ ਨਾਲ ਆਪਣੀ ਇਸ਼ਤਿਹਾਰ ਲਗਾ ਕੇ ਪੈਸਾ ਖਰਚ ਕਰ ਰਹੇ ਨੇ, ਕੱਲੇ ਐਲਾਨਾਂ ਤਾਂ ਹੀ ਸੀਮਤ ਨੇ। ਹੁਣ ਮੈਂ ਬੋਰਡ ਆਉਂਦੇ ਹੋ ਦੇਖਦੀ ਕਿ 2 ਮਹੀਨੇ ਤੇ ਦੇਖ ਰਹੀ ਹਾਂ ਕਿ ਟੁਕਦਾ ਮੁਆਵਜ਼ਾ ਨਰਮੇ ਵਾਸਤੇ। ਮੈਂ ਇਹਨੂੰ ਇੱਕ ਬੰਦਾ ਖੜਾ ਕਰਕੇ ਦੱਸ ਦੋ ਜਿਹਨੂੰ ਦਵਾਨੀ ਵੀ ਮਿਲੀ ਹੈਗੀ, ਲੇਕਿਨ 2 ਮਹੀਨੇ ਤੋਂ ਉਹ ਬੋਰਡ ਲੱਗੇ ਹੋਏ ਨੇ। ਕੱਚੇ ਮੁਲਾਜ਼ਮਾਂ ਨੂੰ ਪੱਕਾ, ਮੈਨੂੰ ਦੱਸ ਦੋ 36000 ਜਿਹੜੇ ਕੱਚੇ ਮੁਲਾਜ਼ਮ ਪੱਕਾ ਕਰੇ। ਇੱਕ ਦੱਸ ਦੋ ਇਸ ਭਰੀ ਸੰਗਤ 'ਚ ਜੇ ਜਾਣ ਪਹਿਚਾਣ ਦਾ ਇੱਕ ਵੀ ਤੁਹਾਡਾ ਕੋਈ ਕੱਚਾ ਪੱਕਾ ਹੋਇਆ ਹੈ। ਜਿਹੜੇ ਚੰਨੀ ਸਾਹਿਬ ਕਹਿੰਦੇ 5.5 ਰੁਪਏ ਸਕੁਆਇਰ ਫੁੱਟ ਰੇਤਾ, ਉਹ ਆਪ ਉਹਨਾਂ ਦਾ ਪ੍ਰਧਾਨ ਕਹਿੰਦਾ 28 ਰੁਪਏ ਤੋਂ ਘੱਟ ਕਿਤੇ ਮਿਲਦਾ ਨਹੀਂ ਹੈਗਾ। ਸੋ ਇਹ ਕੀ ਐਲਾਨ ਕਰ ਰਹੇ ਨੇ
ਤੇ ਕੀ ਇਸ਼ਤਿਹਾਰ ਲਾ ਰਹੇ ਨੇ ਤੇ ਜ਼ਮੀਨ 'ਚ ਹਕੀਕਤ ਕਿਹੜੀ ਹੈ। ਮੈਂ ਸਮਝਦੀ ਹਾਂ ਕਿ ਚੰਨੀ ਨੂੰ ਤਾਂ ਆਪ ਹੀ ਉਹਦੇ ਪਾਰਟੀ ਨੇ ਨਕਾਰਤਾ, ਜਦ ਚੇਅਰਮੈਨ ਕੈਂਪੇਨ ਕਮੇਟੀ ਦੇ ਤੇ ਸਿੱਧੂ ਨੂੰ ਲਾਤਾ। ਅੱਜ ਚੰਨੀ ਇਲੈਕਸ਼ਨ ਲੜੂਗਾ ਮੁੱਖ ਮੰਤਰੀ ਦਾ ਚਿਹਰਾ ਬਣ ਕੇ, ਕਿ ਸਿੱਧੂ ਬਣੂਗਾ ਕਿ ਚੀਜ਼ਾਂ ਚੌਥਾ ਹੋਰ ਬਣੂਗਾ। ਨਾ ਕੇਜਰੀਵਾਲ ਦੀ ਪਾਰਟੀ ਨੂੰ ਪਤਾ, ਨਾ ਕਾਂਗਰਸ ਪਾਰਟੀ ਨੂੰ ਪਤਾ। ਲੋਕਾਂ ਨੂੰ ਇੰਨਾ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮ ਉਹਨਾਂ ਦੇ ਸਾਹਮਣੇ ਨੇ। ਸਾਡੇ ਉਮੀਦਵਾਰ ਕੌਣ ਹੈ, ਸਾਡਾ ਚਿਹਰਾ ਕੌਣ ਹੈ, ਭਾਈਚਾਰਕ ਸਾਂਝ, ਅਮਨ ਸ਼ਾਂਤੀ ਅਸੀਂ ਦੇ ਨਾਲ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਆਏ, ਲੋਕਾਂ ਦੇ ਸਾਹਮਣੇ। 5 ਸਾਲ 'ਚ ਜਿਹੜਾ ਪੰਜਾਬ ਦਾ ਇਸ ਕਾਂਗਰਸ ਪਾਰਟੀ ਨੇ ਨੁਕਸਾਨ ਕੀਤਾ ਹੈ, ਕਿਸੇ ਇੱਕ ਇਨਸਾਨ ਨੇ ਨਹੀਂ ਕੀਤਾ। ਇਹ ਸਾਰੇ ਕੈਬਨਿਟ ਦੇ ਮੈਂਬਰ ਸੀਗੇ। ਤੇ ਅੱਜ ਜਿਹੜਾ ਇਹਨਾਂ ਦਾ ਪ੍ਰਧਾਨ ਕਹਿੰਦਾ ਮੇਰੀ ਜ਼ਬਾਨ ਮੇਰੀ ਫਲਾ ਟਿਮਕਾ, ਭਾਵੇਂ ਸਿੱਧੂ ਨੂੰ ਲੈ ਲਓ, ਜਦ ਕ੍ਰਿਕਟਰ ਸੀ ਤਾਂ ਕ੍ਰਿਕਟ ਦੀ ਫੀਲਡ ਛੱਡ ਕੇ ਭੱਜ ਗਿਆ। MP ਬਣਿਆ ਤਾਂ ਪਾਰਲੀਮੈਂਟ ਛੱਡ ਕੇ ਭੱਜ ਗਿਆ। ਮੰਤਰੀ ਬਣਾਇਆ ਤਾਂ ਮੰਤਰੀ ਮੰਡਲ ਛੱਡ ਕੇ ਭੱਜ ਗਿਆ। ਸਾਰੇ ਕਾਂਗਰਸ ਦਾ ਸਿਆਪਾ ਬਣਾ ਕੇ ਤਾਂ ਫਿਰ ਪ੍ਰਧਾਨਗੀ ਵੀ ਛੱਡਣ ਨੂੰ ਫਿਰਦਾ ਸੀ। ਇਹ ਤਾਂ ਭਗੌੜਾ ਹੈਗਾ, ਇਹ ਹਰ ਜ਼ਿੰਮੇਵਾਰੀ ਤੋਂ ਭੱਜਦਾ ਹੈਗਾ। ਸੋ ਚੰਨੀ ਕੱਲੇ ਐਲਾਨ ਕਰਦਾ ਹੈਗਾ। 5 ਸਾਲ ਇਸ ਕਾਂਗਰਸ ਪਾਰਟੀ ਨੇ ਜਿੱਥੇ 70 ਸਾਲ 'ਚ ਦੇਸ਼ ਦਾ ਭੱਠਾ ਬਿਠਾਇਆ, ਦੇਸ਼ ਦੇ ਲੋਕਾਂ ਨੇ ਨਕਾਰਤਾ, ਹੁਣ ਪੰਜਾਬ ਦੇ ਲੋਕੀ ਵੀ ਨਕਾਰਨਗੇ। ਤੇ ਕੇਜਰੀਵਾਲ ਤਾਂ ਸਾਫ਼ ਸੁਥਰੀ ਹਵਾ 'ਚ ਸਾਹ ਲੈਣ ਵਾਸਤੇ ਤਾਂ ਪੰਜਾਬ 'ਚ ਆਉਂਦਾ ਹੈ, ਕਿਉਂਕਿ ਦਿੱਲੀ 'ਚ ਇਹਦਾ ਸਾਹ ਘੁੱਟਦਾ, ਇਹਦੀ ਖਾਸੀਅਤ ਨਹੀਂ ਹੁੰਦੀ ਹੈ, ਕਦੇ ਗੋਆ ਭੱਜਿਆ ਕਦੇ ਕਿਤੇ। ਸੋ ਇਹ ਦੋਨਾਂ ਪਾਰਟੀਆਂ ਨੇ ਜਿਨ੍ਹਾਂ ਸਾਰਿਆਂ ਦਾ ਸਿਰਫ ਆਹੀ ਨਿਸ਼ਾਨਾ ਹੈ ਕਿ ਜਿਵੇਂ ਪੰਜਾਬ ਦਾ ਹਰ ਹੱਕ ਇਹਨਾਂ ਹਕੂਮਤਾਂ ਨੇ ਖੋਇਆ ਹੈ। ਸਾਡਾ ਪਾਣੀ ਖੋਹ ਲਿਆ, ਸਾਡੀ ਰਾਜਧਾਨੀ ਖੋਲੀ, ਪੰਜਾਬੀ ਬੋਲਦੇ ਸੂਬੇ ਖੋਲੇ, ਹੁਣ ਪੰਜਾਬ ਦੀ ਖੇਤਰੀ ਪਾਰਟੀ ਨੂੰ ਵੀ ਅਸੀਂ ਖੋਹ ਲਈਏ। ਇਹ ਬੰਦਾ ਪੰਜਾਬ ਦਾ ਕੀ ਭਲਾ ਕਰੂਗਾ ਜਿਹੜਾ ਹਲਫਨਾਮਾ ਤਾਂ ਪਾਈ ਬੈਠਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ 'ਚ ਆਏ। ਉਹ ਹਲਫਨਾਮਾ ਵਾਪਸ ਹੁਣ ਲਊਗਾ ਕਿ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦਾ ਪਾਣੀ ਵੀ ਖੋਲੂਗਾ। ਸੋ ਇਹ ਬੰਦੇ ਜਿਹੜੇ ਪੰਜਾਬ ਦੇ ਵਫਾਦਾਰ ਨਹੀਂ ਨੇ। ਆਪਣੀ ਪਾਰਟੀ ਆਪਣੀ ਹੁੰਦੀ ਹੈ, 100 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਪਾਰਟੀ। ਦੁਨੀਆ 'ਚ ਜਿੱਥੇ ਜਾ ਕੇ ਪੁੱਛ ਲਓ ਪੰਜਾਬ ਦੀ ਪਾਰਟੀ ਕਿਹੜੀ ਹੈ, ਨਾ ਕੋਈ ਪੰਜਾ ਕਹੂਗਾ ਨਾ ਝਾੜੂ ਕਹੂਗਾ, ਉਹ ਕੱਲੇ ਤਕੜੀ ਕਹੂਗਾ। ਸੋ ਲੋਕਾਂ ਨੇ ਤਕੜੀ ਦੇ ਨਾਲ, BSP ਦੇ ਨਾਲ ਸਾਡਾ ਬਹੁਤ ਵਧੀਆ ਮਜ਼ਬੂਤ ਭਾਈਵਾਲ ਸਾਡੀ ਸਰਕਾਰ ਬਣੂਗੀ ਤੇ ਪੰਜਾਬ ਦੇ ਗਰੀਬ ਦੀ, ਕਿਸਾਨ ਦੀ, ਵਪਾਰੀ ਦੀ, ਹਰ ਵਰਗ ਦੀ ਤਰੱਕੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨਾਲ। ਇਹ ਸਿਰਫ ਇੱਕੋ ਹੀ ਨਿਸ਼ਾਨੇ ਦੇ ਨਾਲ ਹੋ ਰਹੀ ਹੈ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਉਹਨੂੰ ਕਿਸੇ ਹਾਲਤ 'ਚ ਖਤਮ ਕੀਤਾ ਜਾਏ। ਇਹ ਪਿੱਛੋਂ ਜਿਹੜੀ ਤਾਕਤਾਂ ਹੈਗੀਆਂ ਇਹਨਾਂ ਸਾਰਿਆਂ ਨੂੰ ਖੜਾ ਕਰ ਰਹੀਆਂ। ਜੇ ਇੱਕ ਅੱਧੇ ਦਿਨ 'ਚ ਹੋਰ ਵੀ ਹੋਣਗੇ ਜਿਹੜੇ ਆਣਗੇ, ਇਹ ਸਭ ਇੱਕੋ ਹੀ ਨਿਸ਼ਾਨੇ ਦੇ ਨਾਲ ਹੈਗੀਆਂ। ਜਿਵੇਂ ਆਪਾਂ ਦੇਖਿਆ ਕਿ 2017 'ਚ ਵੀ ਪਹਿਲੇ PPP ਪਾਰਟੀ ਉਸ ਤੋਂ ਪਹਿਲੇ ਖੜੀ 12 'ਚ ਖੜੀ ਕੀਤੀ ਗਈ ਸੀ, ਉਹ ਵੀ ਕਾਂਗਰਸ ਨੇ ਖੜੀ ਕੀਤੀ। PP ਖੜਨ ਵਾਲਾ ਅੱਜ ਕਿੱਥੇ? ਭਗਵੰਤ ਮਾਨ ਸੀਗਾ ਇੱਕ ਤੇ ਮਨਪ੍ਰੀਤ ਸੀਗਾ, ਇੱਕ ਕਾਂਗਰਸ 'ਚ ਚਲੇ ਗਿਆ, ਦੂਜਾ ਆਮ ਆਦਮੀ 'ਚ ਚਲੇ ਗਿਆ। ਫਿਰ ਆਮ ਆਦਮੀ ਜਦ PP ਉਹਦੇ ਵਿੱਚ ਚਲੀ ਗਈ, ਫਿਰ ਆਮ ਆਦਮੀ ਖੜੀ ਕਰਤੀ। ਆਮ ਆਦਮੀ ਦੇ ਸਾਰੇ ਬੰਦੇ ਕਿੱਥੇ ਚਲੇ? ਮੇਰੇ ਖਿਲਾਫ ਖਹਿਰਾ ਆਮ ਆਦਮੀ ਤੋਂ ਨਵੀਂ ਪਾਰਟੀ ਕਰਕੇ ਮੇਰੇ ਖਿਲਾਫ MP ਦੀ ਇਲੈਕਸ਼ਨ ਲੜ ਕੇ ਨਵੀਂ ਪਾਰਟੀ ਖੜ ਕੇ, ਲੇਕਿਨ ਵਿਧਾਨ ਸਭਾ 'ਚ ਬੈਠਿਆ ਰਿਹਾ, ਹੁਣ ਜਾ ਕੇ ਕਾਂਗਰਸ 'ਚ। ਸੋ A&B ਟੀਮ ਬਣ ਕੇ ਜਿੰਨੀ ਦੂਜੀ CDEF ਟੀਮਾਂ ਆਣਗੀਆਂ, ਇਹ ਸਿਰਫ ਇਸ ਨਿਸ਼ਾਨੇ ਦੇ ਨਾਲ ਆ ਰਹੇ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਦਿੱਲੀ ਤੋਂ ਅਸੀਂ ਰਾਜ ਕਰੀਏ ਪੰਜਾਬ ਦੇ ਉੱਤੇ। ਲੇਕਿਨ ਪੰਜਾਬੀਆਂ ਨੇ ਦਿੱਲੀ ਨੂੰ ਸਿਖਾਤਾ ਹੈ ਕਿ ਅਸੀਂ ਕਿਸੇ ਦਾ ਰਾਜ ਚੱਲਦੇ ਨਹੀਂ, ਅਸੀਂ ਆਪਣਾ ਰਾਜ ਖੁਦ ਕਰਦੇ ਆ। ਸਾਡੇ ਕਿਸਾਨਾਂ ਨੇ ਸਿਖਾਤਾ ਤੇ ਹੁਣ ਇਹਨਾਂ ਚੋਣਾਂ 'ਚ ਇਹ ਬਾਕੀ ਪਾਰਟੀਆਂ ਨੂੰ ਵੀ ਸਿਖਾ ਦੂਗੀ ਪੰਜਾਬ। ਇੰਦਰਾ ਗਾਂਧੀ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, 1971 ਦੀ ਵਰ੍ਹੇਗੰਢ ਤੇ ਨਾ ਤੱਕ ਨਹੀਂ ਰਾਹੁਲ ਗਾਂਧੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਸਰਕਾਰ ਤੇ 1971 ਦੀ ਜੰਗ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਪਣੀ ਦਾਦੀ ਦੇ ਹਵਾਲਾ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, ਪਰ ਨਵੀਂ ਦਿੱਲੀ ਵਿੱਚ 1971 ਦੀ ਜੰਗ ਦੀ ਵਰ੍ਹੇਗੰਢ ਮੌਕੇ ਤੇ ਰੱਖੇ ਇੱਕ ਸਰਕਾਰੀ ਸਮਾਗਮ ਵਿੱਚ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਗਿਆ। 31 अक्टूबर जब मेरी दादी इस देश के लिए शहीद हुई और मुझे फिर 21 मई याद आया जिस दिन मेरे पिता इस देश के लिए शहीद हुए। कुर्बानी का रिश्ता है मेरा और आपका। जो कुर्बानी उत्तराखंड के हजारों परिवारों ने दी है, वही कुर्बानी मेरे परिवार ने दी है। आज बांग्लादेश लड़ाई का फंक्शन हुआ है दिल्ली में, उसमें इंदिरा गांधी का नाम तक नहीं है। जिस महिला ने इस देश के लिए 32 गोली खाई, उनका इनविटेशन में नाम तक नहीं है। क्योंकि सच्चाई से भाइयों और बहनों सरकार डरती है। मुझे कोई फर्क नहीं पड़ता नाम हो या ना हो। मैं जानता हूं इंदिरा गांधी जी ने इस देश को अपना खून देकर क्या किया, मैं जानता हूं। मुझे समझाने की कोई जरूरत नहीं।
ਕੇਜਰੀਵਾਲ ਨੇ ਚੰਨੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਚੰਨੀ ਸਾਹਿਬ ਬਾਥਰੂਮ ਵਿੱਚ ਵੀ ਲੋਕਾਂ ਨੂੰ ਮਿਲਦੇ ਨੇ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੌਜੂਦਾ ਕਾਂਗਰਸ ਸਰਕਾਰ ਤੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਅਤੇ ਡਰਾਮੇਬਾਜ਼ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਸ ਵਾਰ ਦੀਆਂ ਚੋਣਾਂ 'ਚ ਪੰਜਾਬ ਖੁਦ ਤੈਅ ਕਰੇ ਕਿ ਇੱਥੇ ਗੁੱਲੀ ਡੰਡਾ ਖੇਡਣ ਜਾਂ ਧਾਰਾ ਚੋਣ ਵਾਲੀ ਡਰਾਮੇਬਾਜ਼ ਸਰਕਾਰ चाहिए ਜਾਂ स्कूल हस्पताल बनाने वाली लोग पक्की सरकार चाहिए है। आज यहाँ पे इतनी भारी संख्या में आए हुए सभी भाइयों बहनों माताओं बुजुर्गों बच्चों आप सब लोगों को मेरा नमस्कार, सबको सत श्री अकाल। वाहिगुरु जी का खालसा वाहिगुरु जी की फतेह। दोस्तों, आजकल पंजाब में कांग्रेस की सरकार है। पहले कैप्टन साहब मुख्यमंत्री थे। कैप्टन साहब ने पिछले चुनाव में खूब वादे किए, झूठे झूठे वादे किए। सबको नौकरी दूंगा, एक भी आदमी को 5 साल में नौकरी नहीं दी। उन्होंने कहा बुढ़ापा पेंशन बढ़ाऊंगा, बुढ़ापा पेंशन भी नहीं बढ़ाई। उन्होंने कहा कर्जे माफ करूंगा, एक भी किसान का कर्जा माफ नहीं किया। उन्होंने कहा स्मार्टफोन दूंगा, एक भी स्मार्टफोन नहीं दिया। जब कांग्रेस को लगने लगा कि कैप्टन साहब से तो हार जाएंगे, तो अभी 3 महीने पहले उन्होंने चन्नी साहब को मुख्यमंत्री बना दिया। अब चन्नी साहब ने नए नए ऐलान करने चालू किए हैं, रोज नए नए ऐलान करते हैं। लेकिन एक बात जरूर है, इससे बड़ी भारत के इतिहास में नौटंकीबाज और ड्रामेबाज सरकार आज तक हमने नहीं देखी। अभी थोड़े दिन पहले मैं चन्नी साहब का इंटरव्यू सुन रहा था टीवी में। इंटरव्यू में कहते हैं कि मैं तो 24 घंटे जनता से मिलता रहता हूं, सारा दिन मेरे घर में लोग बैठे रहते हैं, ड्राइंग रूम में जाता हूं, ड्राइंग रूम में लोग बैठे रहते हैं, बरामदे में जाता हूं, बरामदे में बैठे रहते हैं, बाथरूम में जाता हूं, बाथरूम में मेरे साथ लोग आते हैं, वहां भी मिलता रहता हूं। मुझे लगता है दुनिया के इतिहास में पहला सीएम होगा जो बाथरूम में भी लोगों से मिलता रहता है। फिर उसने इंटरव्यू टीवी वाले ने पूछा आजकल एनआरआई का क्या माहौल है जी? बोले मैं तो खुद ही एनआरआई हूं। बोले आप कैसे एनआरआई हो? मैं कहते मैं पहले पिंड में रहता था, अब मैं शहर में आ गया तो पिंड वाले मेरे को एनआरआई बोलते हैं। तो लोगों ने मजाक बनाने शुरू कर दिए। कल सोशल मीडिया पे चल रहा था कि जो वो मिस यूनिवर्स बनी है हमास संधू, उसने फोन किया चन्नी साहब को कि जी मैं हमास संधू बोल रही हूं, मिस यूनिवर्स बन गई। कहता ले मैं तो खुद ही मिस यूनिवर्स हूं। चन्नी साहब एक दिन जेल गए, जेल में कैदियों से मिलने के लिए। एक कैदी मिला, उससे पूछा कि तू जेल क्यों आया? कहता जी मैं जेब काटता था। कहता ले मैं तो खुद जेब काटता हूं। मजाक बना दिया इन्होंने सरकार का। ऐसे पंजाब का कैसे भविष्य आगे बढ़ेगा? आजकल चारों तरफ कह रहे हैं असली आम आदमी मैं हूं, असली आम आदमी मैं हूं, केजरीवाल आम आदमी नहीं है। कहते हैं मेरे को गिल्ली डंडा खेलना आता है, केजरीवाल को आता है क्या? मेरे को कंचे खेलने आते हैं, केजरीवाल को आता है क्या? मेरे को टेंट लगाना आता है, केजरीवाल को आता है क्या? मेरे को गाय का दूध निकालना आता है, केजरीवाल को आता है क्या? मैं आपको कहना चाहता हूं, मेरे को गिल्ली डंडा खेलना नहीं आता, मेरे को आपके बच्चों के लिए स्कूल बनवाने आते हैं। मेरे को कंचे खेलने नहीं आते, आपके परिवार का इलाज करने के लिए अस्पताल और मोहल्ला क्लिनिक बनाने आते हैं। मेरे को टेंट लगाना नहीं आता, आपकी बिजली फ्री करनी आती है, बिजली का बिल आपका 0 करना आता है। मेरे को गाय का दूध निकालना नहीं आता, लेकिन मेरे को 24 घंटे बिजली देनी आती है आप लोगों को।
अब पंजाब को तय करना है कि उनको गिल्ली डंडा खेलने वाली सरकार चाहिए कि अच्छे स्कूल और अस्पताल बनाने वाली सरकार चाहिए। आज कांग्रेस पार्टी एक सर्कस बन गई है। सर्कस गए होगे ना, वैसी सर्कस बन गई है। सिद्धू साहब की चन्नी साहब से नहीं बनती, चन्नी साहब की जाखड़ साहब से नहीं बनती, जाखड़ साहब की प्रताप बाजवा से नहीं बनती, प्रताप बाजवा की फतेहचंद बाजवा से नहीं। सारे लड़ रहे हैं आपस में। कैबिनेट मीटिंग के अंदर इनके गुत्थम गुत्था हो जाते हैं, मुक्के चलते हैं इनकी कैबिनेट मीटिंग के अंदर। कैसे चलेगी ऐसे सरकार, ऐसी पंजाब सरकार, ऐसी सरकार, ऐसी पार्टी क्या कांग्रेस को भविष्य दे सकती है? नहीं दे सकती। आज तक की पंजाब की सबसे भ्रष्ट सरकार है, सबसे भ्रष्ट सरकार। इनको पता है कि अब जाने वाले हैं, ऊपर से लेके नीचे तक सारे कमाने में लगे हुए हैं। जाते जाते जितना कमाना है सारे कमा लो। रेता चोरी, मुख्यमंत्री के चन्नी साहब के हलके के अंदर रेता चोरी हो रही है। राघव चड्ढा रेड मार के आया था अभी 3 दिन पहले, आपने टीवी में देखा होगा। मुख्यमंत्री के हलके के अंदर रेता चोरी हो रही है। ऐसा हो सकता है मुख्यमंत्री को नहीं पता हो? मुख्यमंत्री को पता होगा, नहीं पता होगा? अगर मुख्यमंत्री के हलके में चोरी हो रही है तो इसका मतलब मुख्यमंत्री चोरी करवा रहा होगा, कुछ ना कुछ उसके पास भी जाता होगा, तभी मुख्यमंत्री के हलके। ऊपर से लेके सारे नीचे तक इनके विधायक, इनके मंत्री सब चोरी करने में लगे हुए हैं। अभी थोड़े दिन पहले एक मंत्री ने दूसरे मंत्री पे आरोप लगाया कि ट्रांसफर पोस्टिंग में चोरी कर रहा है। हर मंत्री, हर विधायक चोरी करने में लगा हुआ है। इससे भ्रष्ट सरकार आज तक हमने कभी नहीं देखी, और झूठे ऐलान करे जा रहे हैं। चन्नी साहब कहते हैं मैंने रेता 5 रुपए फुट कर दिया। मिल रहा है रेता 5 रुपए फुट कहीं पे? चन्नी साहब कह रहे हैं मैंने 100 रुपए केबल के कर लिए, केबल वाला 100 रुपए ले रहा है। चन्नी साहब कहते हैं मैंने बिजली फ्री कर दी, 0 बिजली का बिल कर दिया। बिजली का बिल आ रहा है, नहीं आ रहा है? एक के बाद एक सारे झूठे वादे करते जा रहे हैं। ਪੀਐਮ ਮੋਦੀ ਨੇ ਕਿਸਾਨਾਂ ਨੂੰ ਕੀਤਾ ਸੰਬੋਧਨ, ਜ਼ੀਰੋ ਬਜਟ ਵਾਲੀ ਖੇਤੀ ਦਾ ਦਿੱਤਾ ਮੰਤਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਤੇ ਰਾਸ਼ਟਰੀ ਸੰਮੇਲਨ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ। ਗੁਜਰਾਤ ਦੇ ਆਨੰਦ ਵਿੱਚ ਆਯੋਜਿਤ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਤੇ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸੰਮੇਲਨ ਦਾ ਧਿਆਨ ਕੁਦਰਤੀ ਖੇਤੀ ਤੇ ਕੇਂਦਰਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਦੇ ਫਾਇਦਿਆਂ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ये कॉन्क्लेव गुजरात में भले हो रहा है, लेकिन इसका दायरा, इसका प्रभाव पूरे भारत के लिए है, भारत के हर किसान के लिए है। एग्रीकल्चर के अलग अलग आयाम हो, फूड प्रोसेसिंग हो, नेचुरल फार्मिंग हो, ये विषय 21वीं सदी में भारतीय कृषि का कायाकल्प करने में बहुत मदद करेंगे। इस कॉन्क्लेव के दौरान यहां हजारों करोड़ रुपए के समझौते, उसकी भी चर्चा हुई, उसका भी कुछ प्रगति हुई है। इनमें भी इथेनॉल, ऑर्गेनिक फार्मिंग और फूड प्रोसेसिंग को लेकर जो उत्साह दिखा है, नई संभावनाओं को विस्तार देता है। मुझे इस बात का भी संतोष है कि गुजरात में हमने टेक्नोलॉजी और नेचुरल फार्मिंग में तालमेल के जो प्रयोग किए थे, वो पूरे देश को दिशा दिखा रहे हैं। मैं फिर एक बार गुजरात के गवर्नर आचार्य देवव्रत जी का विशेष आभार व्यक्त करना चाहता हूं, जिन्होंने देश के किसानों को नेचुरल फार्मिंग के बारे में इतना सरल शब्दों में स्व अनुभव की बातों के द्वारा बड़े विस्तार से समझाया है। साथियों, आजादी के अमृत महोत्सव में आज समय अतीत के अवलोकन का,
उनके अनुभवों से सीख लेकर नए मार्ग बनाने का भी है। आजादी के बाद के दशकों में जिस तरह देश में खेती हुई, जिस दिशा में बढ़ी, वो हम सब ने बहुत बारीकी से देखा है। अब आजादी के 100वें वर्ष तक का जो हमारा सफर है, आने वाले 25 साल का जो सफर है, वो नई आवश्यकताओं, नई चुनौतियों के अनुसार अपनी खेती को ढालने का है। बीते 6-7 साल में बीज से लेकर बाजार तक किसान की आय को बढ़ाने के लिए एक के बाद एक अनेक कदम उठाए गए हैं। मिट्टी की जांच से लेकर सैकड़ों नए बीज तैयार करने तक, पीएम किसान सम्मान निधि से लेकर लागत का 1.5 गुना एमएसपी करने तक, सिंचाई के सशक्त नेटवर्क से लेकर किसान रेल तक अनेक कदम उठाए हैं। और श्रीमान तोमर जी ने इसका कुछ जिक्र भी अपने भाषण में किया है। खेती के साथ साथ पशुपालन, मधुमक्खी पालन, मत्स्य पालन और सौर ऊर्जा, बायोफ्यूल जैसे आय के अनेक वैकल्पिक साधनों से किसानों को निरंतर जोड़ा जा रहा है। गांवों में भंडारण, कोल्ड चेन और फूड प्रोसेसिंग को बल देने के लिए लाखों करोड़ रुपए का प्रावधान किया है। ये तमाम प्रयास किसान को संसाधन दे रहे हैं, किसान को उसकी पसंद का विकल्प दे रहे हैं। लेकिन इन सब के साथ एक महत्वपूर्ण प्रश्न हमारे सामने है। जब मिट्टी ही जवाब दे, जब मिट्टी ही जवाब दे जाएगी, तब क्या होगा? जब मौसम ही साथ नहीं देगा, जब धरती माता के गर्भ में पानी सीमित रह जाएगा, तब क्या होगा? आज दुनिया भर में खेती को इन चुनौतियों से दो चार होना पड़ रहा है। ये सही है कि केमिकल और फर्टिलाइजर ने हरित क्रांति में अहम रोल निभाया है, लेकिन ये भी उतना ही सच है कि हमें इसके विकल्पों पर भी साथ ही साथ काम करते रहना होगा और अधिक ध्यान देना होगा। खेती में उपयोग होने वाले कीटनाशक और केमिकल फर्टिलाइजर हमें बड़ी मात्रा में इंपोर्ट करना पड़ता है। बाहर से, दुनिया के देशों से अरबों खरबों रुपया खर्च करके लाना पड़ता है। इस वजह से खेती की लागत भी बढ़ती है, किसान का खर्च बढ़ता है और गरीब की रसोई भी महंगी होती है। ये समस्या किसानों और सभी देशवासियों की सेहत से जुड़ी हुई भी है। इसलिए सतर्क रहने की आवश्यकता है, जागरूक रहने की आवश्यकता है। साथियों, गुजरात में एक कहावत है, हर घर में बोली जाती है, पानी आवे तो पहला पाळ बांधो। पानी पहला पाळ बांधो है આપણે ત્યાં બધા જ કહેતા હોય છે। इसका तात्पर्य ये कि इलाज से पहले परहेज बेहतर। इससे पहले की खेती से जुड़ी समस्याएं भी विकराल हो जाए
उससे पहले बड़े कदम उठाने का ये सही समय है। हमें अपनी खेती को केमिस्ट्री की लैब से निकालकर नेचर यानी प्रकृति की प्रयोगशाला से जोड़ना ही होगा। जब मैं प्रकृति की प्रयोगशाला की बात करता हूं तो ये पूरी तरह से विज्ञान आधारित ही है। ये कैसे होता है इसके बारे में अभी आचार्य देवव्रत जी ने विस्तार से बताया भी है। हमने एक छोटी सी फिल्म में भी देखा है और जैसे उन्होंने कहा उनकी किताब प्राप्त कर करके भी YouTube पर आचार्य देवव्रत जी के नाम से ढूंढेंगे तो उनके भाषण भी मिल जाएंगे। जो ताकत खाद में है, फर्टिलाइजर में है, वो बीज, वो तत्व प्रकृति में भी मौजूद है। हमें बस उन जीवाणुओं की मात्रा धरती में बढ़ानी है जो उसकी उपजाऊ शक्ति को बढ़ाना है। कई एक्सपर्ट्स कहते हैं कि इसमें देसी गायों की भी अहम भूमिका है। जानकार कहते हैं कि गोबर हो, गोमूत्र हो, इससे आप ऐसा समाधान तैयार कर सकते हैं जो फसल की रक्षा भी करेगा और उर्वरा शक्ति को भी बढ़ाएगा। बीज से लेकर मिट्टी तक सबका इलाज आप प्राकृतिक तरीके से कर सकते हैं। इस खेती में ना तो खाद पर खर्च करना है ना कीटनाशक पर। इसमें सिंचाई की आवश्यकता भी कम होती है और बाढ़ सूखे से निपटने में भी ये सक्षम होती है। चाहे कम सिंचाई वाली जमीन हो या फिर अधिक पानी वाली भूमि, प्राकृतिक खेती से किसान साल में कई फसलें ले सकता है। यही नहीं, जो गेहूं, धान, दाल या जो भी खेत से कचरा निकलता है, जो पराली निकलती है, उसका भी इसमें सदुपयोग किया जाता है। यानी कम लागत, ज्यादा मुनाफा। यही तो प्राकृतिक खेती है। साथियों, आज दुनिया जितना आधुनिक हो रही है